ਹੈਲੋ ਸਟੂਡੈਂਟਸ, ਕੱਲ ਅਸੀਂ ਟੌਪਿਕ ਕੀਤਾ ਸੀ ਜੀ ਕੰਪਿਊਟਰ ਕੀ ਹੈ। ਸਾਡੇ ਕੋਲ ਹਾਰਡਵੇਅਰ ਤੇ ਸੌਫਟਵੇਅਰ ਦਾ ਕੰਬੀਨੇਸ਼ਨ ਹੈ। ਹਾਰਡਵੇਅਰ ਉਹ ਪਾਰਟ ਹੈ ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਹਨੂੰ ਅਸੀਂ ਦੇਖ ਸਕਦੇ ਹਾਂ। ਸੌਫਟਵੇਅਰ ਉਹ ਪਾਰਟ ਹੈ ਜਿਹੜਾ ਸਾਡੇ ਹਾਰਡਵੇਅਰ ਨੂੰ ਵਰਕੇਬਲ ਬਣਾਉਂਦਾ ਹੈ। ਸੌਫਟਵੇਅਰ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਸੌਫਟਵੇਅਰ ਕੀਤੇ ਸੀ, ਸਿਸਟਮ ਸੌਫਟਵੇਅਰ ਐਂਡ ਐਪਲੀਕੇਸ਼ਨ ਸੌਫਟਵੇਅਰ। ਹਾਂਜੀ, ਜੀ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਕੋਲ ਸਭ ਤੋਂ ਨੀਚੇ ਕੀ ਸੀ, ਹਾਰਡਵੇਅਰ। ਹਾਰਡਵੇਅਰ ਦੇ ਨਾਲ ਜਿਹੜੇ ਸੌਫਟਵੇਅਰ ਇੰਟਰੈਕਟ ਕਰਦੇ ਨੇ ਸਿਸਟਮ ਸੌਫਟਵੇਅਰ ਹੁੰਦੇ ਨੇ। ਉਹ ਸੌਫਟਵੇਅਰ ਜਿਹੜੇ ਡਾਇਰੈਕਟਲੀ ਵਰਕ ਕਰਦੇ ਨੇ ਕਿਹਦੇ ਉੱਪਰ, ਹਾਰਡਵੇਅਰ ਦੇ ਉੱਪਰ ਡਾਇਰੈਕਟਲੀ ਇੰਟਰੈਕਟ ਕਰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਆਪਾਂ ਸਿਸਟਮ ਸੌਫਟਵੇਅਰ। ਇਹਨਾਂ ਦੀ ਐਗਜ਼ਾਮਪਲ ਸੀ ਕਿ ਅਸੀਂ ਜਿਹੜਾ ਆਪਰੇਟਿੰਗ ਸਿਸਟਮ ਯੂਜ਼ ਕਰਦੇ ਹਾਂ, ਵਿੰਡੋਜ਼ 7 ਕਰਦੇ ਹਾਂ, ਵਿੰਡੋ 8 ਕਰ ਰਹੇ ਹਾਂ, ਵਿੰਡੋ 10 ਕਰ ਰਹੇ, ਮੈਕ ਆਪਰੇਟਿੰਗ ਸਿਸਟਮ ਕਰ ਰਹੇ ਹਾਂ, ਸੈਮਸੰਗ ਮੋਬਾਈਲ ਜਾਂ ਐਪਲ ਦਾ ਮੋਬਾਈਲ, ਵਿੰਡੋਜ਼ ਫੋਨ, ਇਹ ਸਾਰੇ ਕੀ ਨੇ ਜਿਹੜੇ ਆਪਾਂ ਵਿੰਡੋ ਵਰਡ ਵੀ ਬੋਲ ਦਿੰਦੇ, ਉਹ ਕੀ ਹੈ, ਇੱਕ ਆਪਰੇਟਿੰਗ ਸਿਸਟਮ ਆ। ਸੋ ਉਹ ਆਪਰੇਟਿੰਗ ਸਿਸਟਮ ਨੂੰ ਉਹ ਕੀ ਹੈ, ਸਿਸਟਮ ਸੌਫਟਵੇਅਰ ਆ, ਜਿਹੜਾ ਕਿਹਦੇ ਨਾਲ ਲਿੰਕ ਡੀਲ ਕਰ ਰਿਹਾ, ਹਾਰਡਵੇਅਰ ਦੇ ਨਾਲ। ਇਸ ਤੋਂ ਇਲਾਵਾ ਅਸੀਂ ਅੱਗੇ ਜਾ ਕੇ ਹੁਣੇ ਇਸ ਤੋਂ ਬਾਅਦ ਮੈਂ ਕਰਵਾਵਾਂਗਾ ਕੰਪਾਈਲਰ ਨੇ, ਇੰਟਰਪ੍ਰੇਟਰ ਨੇ, ਅਸੈਂਬਲਰ ਨੇ, ਉਹ ਸਾਰੇ ਦੇ ਸਾਰੇ ਕੀ ਨੇ, ਸਿਸਟਮ ਸੌਫਟਵੇਅਰ ਨੇ। ਉਹ ਸੌਫਟਵੇਅਰ ਜਿਹੜੇ ਹਾਰਡਵੇਅਰ ਦੇ ਨਾਲ ਲਿੰਕ ਡਾਇਰੈਕਟਲੀ ਡੀਲ ਕਰਦੇ ਨੇ, ਵਰਕ ਕਰਦੇ ਨੇ। ਇਸ ਤੋਂ ਬਾਅਦ ਅਸੀਂ ਕੀਤਾ ਸੀ ਕਿ ਸਾਡੇ ਕੋਲ ਕੀ ਹੁੰਦੇ ਨੇ, ਐਪਲੀਕੇਸ਼ਨ ਸੌਫਟਵੇਅਰ। ਐਪਲੀਕੇਸ਼ਨ ਸੌਫਟਵੇਅਰ, ਐਪਲੀਕੇਸ਼ਨ ਸੌਫਟਵੇਅਰ ਕਿਹੜੇ ਹੁੰਦੇ ਨੇ? ਫੋਰ ਐਗਜ਼ਾਮਪਲ ਤੁਸੀਂ ਮੋਬਾਈਲ ਦੇ ਵਿੱਚ ਚਲਾਉਂਦੇ ਹੋ ਤਾਂ ਕੀਬੋਰਡ ਦੇ ਵਰਡ ਕਰਦੇ ਯੂਜ਼ ਕਰਦੇ ਹੋ ਐਪ। ਐਪ ਕੀ ਆ? ਐਪ ਇਸੇ ਦਾ ਐਕਰੋਨਿਮ ਆ ਜਿਸ ਨੂੰ ਆਪਾਂ ਕਹਿੰਦੇ ਆ ਐਪਲੀਕੇਸ਼ਨ। ਸੋ ਐਪਲੀਕੇਸ਼ਨ ਕੀ ਹੈ, ਅਸੀਂ ਇੰਸਟਾਲ ਕਰਦੇ ਕਾਹਦੇ ਵਾਸਤੇ, ਕੌਣ ਕਰਦਾ ਹੈ, ਯੂਜ਼ਰਸ ਕਰਦੇ ਨੇ। ਸੋ ਅਸੀਂ ਕਿੰਨਾ ਨਾਲ ਡੀਲ ਕਰਦੇ ਨੇ, ਐਪਲੀਕੇਸ਼ਨ ਸੌਫਟਵੇਅਰ ਦੇ ਨਾਲ। ਐਗਜ਼ਾਮਪਲ ਮੈਂ ਕੱਲ ਵੀ ਲਈ ਸੀ, ਮੰਨ ਲਓ ਅਸੀਂ MS ਆਫਿਸ ਚਲਾ ਰਹੇ ਹਾਂ, ਵਿੰਡੋ ਮੀਡੀਆ ਪਲੇਅਰ ਚਲਾ ਰਹੇ ਹਾਂ, ਪੇਂਟ ਚਲਾ ਰਹੇ ਹਾਂ, ਜਿੰਨੇ ਵੀ ਅਸੀਂ ਸੌਫਟਵੇਅਰ ਜਿਹੜੇ ਯੂਜ਼ ਕਰ ਰਹੇ ਹਾਂ, ਗੇਮਿੰਗ ਸੌਫਟਵੇਅਰ ਹੈ, ਗੇਮਸ ਚਲਾ ਰਹੇ ਹਾਂ, ਸਾਰੀ ਕੀ ਨੇ, ਉਹ ਐਪਲੀਕੇਸ਼ਨ ਸੌਫਟਵੇਅਰ ਨੇ। ਠੀਕ ਹੈ ਜੀ। ਸੋ ਐਪਲੀਕੇਸ਼ਨ ਸੌਫਟਵੇਅਰ ਡਾਇਰੈਕਟਲੀ ਹਾਰਡਵੇਅਰ ਦੇ ਨਾਲ ਨਹੀਂ ਲਿੰਕ ਕਰਦੇ। ਇਹ ਕਿਹਦੇ ਨਾਲ ਲਿੰਕ ਕਰਦੇ ਨੇ, ਐਪਲੀਕੇਸ਼ਨ ਸੌਫਟਵੇਅਰ ਜਿਹੜੇ ਨੇ ਬਿਲਡ ਪਾਉਣ ਕਿਹਦੇ ਉੱਪਰ ਹੁੰਦੇ ਨੇ, ਸਿਸਟਮ ਸੌਫਟਵੇਅਰ ਦੇ ਨਾਲ। ਸੋ ਇਹਨਾਂ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ, ਇਹ ਇੱਕ ਇੰਟਰਫੇਸ ਬਿਟਵੀਨ ਕਿਹਦੇ 'ਚ ਆ, ਯੂਜ਼ਰਸ ਤੇ ਸਿਸਟਮ ਸੌਫਟਵੇਅਰ ਦੇ ਵਿੱਚ। ਸਿਸਟਮ ਸੌਫਟਵੇਅਰ ਕੀ ਆ, ਇੰਟਰਫੇਸ ਬਿਟਵੀਨ ਹਾਰਡਵੇਅਰ ਐਂਡ ਐਪਲੀਕੇਸ਼ਨ ਸੌਫਟਵੇਅਰ। ਸੋ ਇਹ ਆਪਾਂ ਆਲਰੇਡੀ ਕੱਲ ਇਹ ਚੀਜ਼ਾਂ ਕੱਲ ਕੀਤੀਆਂ ਸੀ। ਹੁਣ ਮੈਂ ਥੋੜਾ ਜਿਹਾ ਇਸ ਤੋਂ ਅੱਗੇ ਚੱਲਦਾ। ਹਾਂਜੀ, ਮੈਂ ਕਿਹਾ ਜੀ ਤੁਹਾਨੂੰ ਕਿ ਸਾਡੇ ਕੋਲ ਸਭ ਤੋਂ ਨੀਚੇ ਕੀ ਹੁੰਦਾ ਹੈ, ਹਾਰਡਵੇਅਰ। ਹਾਰਡਵੇਅਰ ਕੀ ਹੈ, ਸਿੰਪਲੀ ਇੱਕ ਮਕੈਨੀਕਲ ਡਿਵਾਈਸਿਸ ਨੇ। ਸੋ ਜਿਹੜਾ ਸਾਡੇ ਕੰਪਿਊਟਰ ਦਾ ਹਾਰਡਵੇਅਰ ਆ, ਇਹ ਕਿਸ ਲੈਂਗੁਏਜ ਤੇ ਕੰਮ ਕਰਦਾ ਹੈ ਜੀ, ਇਹ ਲੈਂਗੁਏਜ ਤੇ ਕੰਮ ਕਰਦਾ ਹੈ 0 ਔਰ 1 ਦੀ। ਅਸੀਂ ਆਪਣੇ ਕੰਪਿਊਟਰ ਨੂੰ ਡੈਫੀਨੇਸ਼ਨ ਦੇ ਵਿੱਚ ਇਹ ਬੋਲਦੇ ਹਾਂ, ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਜੀਟਲ ਡਿਵਾਈਸ। ਇੱਕ ਡਿਜੀਟਲ ਡਿਵਾਈਸ ਆ, ਡਿਜੀਟਲ ਮਤਲਬ ਜਿਹੜੀ 2 ਡਿਜਿਟਸ ਤੇ ਕੰਮ ਕਰਦੀ ਹੈ, 0 ਤੇ 1 ਦੀ। ਸੋ ਅੱਜ ਦਾ ਜਿਹੜਾ ਕੰਪਿਊਟਰ ਦਾ ਹਾਰਡਵੇਅਰ ਹੈ, ਉਹ ਸਿਰਫ ਕਿਹਦੇ ਉੱਪਰ ਵਰਕ ਪਾਉਣ ਕਰਦਾ ਹੈ, 0 1। ਇਹਨੂੰ ਆਪਾਂ 0 1 ਲੈਂਗੁਏਜ ਕਹਿ ਦਿੰਦੇ ਆ, ਬਾਈਨਰੀ ਲੈਂਗੁਏਜ ਕਹਿ ਦਿੰਦੇ ਆ, ਇਹਨੂੰ ਆਪਾਂ ਮਸ਼ੀਨ ਲੈਵਲ ਲੈਂਗੁਏਜ ਵੀ ਬੋਲ ਦਿੰਦੇ ਆ। ਸੋ ਵਰਡ ਮੈਂ ਬੋਲਿਆ ਬਾਈਨਰੀ ਲੈਂਗੁਏਜ, ਜਾਂ ਮਸ਼ੀਨ ਲੈਵਲ ਲੈਂਗੁਏਜ, ਜਾਂ ਲੋ ਲੈਵਲ ਲੈਂਗੁਏਜ। ਸੋ ਬਾਈਨਰੀ ਲੈਂਗੁਏਜ, ਮਸ਼ੀਨ ਲੈਵਲ ਲੈਂਗੁਏਜ ਜਾਂ ਲੋ ਲੈਵਲ ਲੈਂਗੁਏਜ ਸੇਮ ਇੱਕ ਹੀ ਗੱਲ ਹੈ। ਜਿਹੜਾ ਸਾਡਾ ਹਾਰਡਵੇਅਰ ਹੈ ਉਹ ਕਿਸ ਦੇ ਉੱਪਰ ਕੰਮ ਕਰਦਾ ਹੈ, 0 1 ਦੇ ਉੱਪਰ। ਜਦੋਂ ਕੰਪਿਊਟਰ ਦੇ ਉੱਪਰ
ਇਸ ਦੀ ਡਿਵੈਲਪਮੈਂਟ ਫੇਜ਼ ਦੇ ਵਿੱਚ ਸੀ, ਜੋ ਕੰਪਿਊਟਰ ਅਜੇ ਸਟਾਰਟਿੰਗ ਦੇ ਆਇਆ ਸੀ, ਤਾਂ ਇਹਦੇ ਜਿਹੜੀ ਵਰਕਿੰਗ ਸੀ ਉਹ 01 ਦੇ ਵਿੱਚ ਸੀ। ਬਟ ਤੁਸੀਂ ਅੱਜ ਦੇ ਟਾਈਮ 'ਚ ਇਮੈਜਿਨ ਕਰੋ, ਤੁਸੀਂ ਇਸ ਦੇ ਨਾਲ ਕੰਮ ਕਰ ਸਕਦੇ ਹੋ 01 ਦੇ ਨਾਲ? ਪੋਸੀਬਲ ਹੀ ਨਹੀਂ ਹੈ। 01 ਦੀ ਫਾਰਮ 'ਚ ਕੋਡ ਲਿਖਿਆ ਹੋਏਗਾ, 01 ਦੀ ਫਾਰਮ ਦੇ ਵਿੱਚ ਕੰਮ ਕਰਨਾ ਹੋਏਗਾ, ਤਾਂ ਕਿੰਨਾ ਟਫ ਆ ਕਿ ਤੁਸੀਂ 01 ਦੀ ਫਾਰਮ ਦੇ ਨਾਲ ਕੰਮ ਕਰੋਗੇ। ਸੋ ਕੰਪਿਊਟਰਸ ਦੇ ਡਿਵੈਲਪਰਸ ਨੇ ਕੀ ਸੋਚਿਆ ਕਿ ਜਿਵੇਂ ਜਿਵੇਂ ਪ੍ਰੋਗਰਾਮਸ ਦਾ ਸਾਈਜ਼ ਵੱਡਾ ਹੋ ਰਿਹਾ ਹੈ, ਤਾਂ ਇਹਦੇ ਨਾਲ 01 ਦੇ ਨਾਲ ਕੰਮ ਕਰਨਾ ਬਹੁਤ ਟਫ ਹੈ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਲੈਂਗੁਏਜ ਬਣਾਈ ਜਿਹਨੂੰ ਮੈਂ ਕਹਿ ਦਿੱਤਾ ਗਿਆ ਅਸੈਂਬਲੀ ਲੈਂਗੁਏਜ। ਹੁਣ ਇਹ ਲੈਂਗੁਏਜ ਕੀ ਸੀ? ਇਹ ਲੈਂਗੁਏਜ ਸੀ ਜਿਸ ਦੇ ਵਿੱਚ ਸਾਡੇ ਕੋਲ ਨਿਮੋਨਿਕਸ ਯੂਜ਼ ਕੀਤੇ ਗਏ। ਹੁਣ ਇਹ ਨਿਮੋਨਿਕਸ ਕੀ ਨੇ? ਨਿਮੋਨਿਕਸ ਹੁੰਦੇ ਨੇ ਜੀ ਛੋਟੇ ਛੋਟੇ ਕੀਵਰਡਸ। ਜਿਵੇਂ ਕਿ ਮੰਨ ਲਓ ਮੈਂ ਐਡੀਸ਼ਨ ਪਰਫਾਰਮ ਕਰਨੀ ਆ, ਤਾਂ ਉਸ ਦੇ ਲਈ ਇੱਕ ਕੀਵਰਡ ਯੂਜ਼ ਕਰ ਲਿਆ ਐਡ। ਮੈਂ ਡਾਟੇ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਨਾ, ਤਾਂ ਮੈਂ ਕੀਵਰਡ ਯੂਜ਼ ਕਰ ਲਿਆ ਮੂਵ। ਸੋ ਮੈਂ ਕੁਛ ਸਬਟਰੈਕਟ ਕਰਨਾ ਯੂਜ਼ ਕਰ ਲਿਆ SUB, ਮਲਟੀਪਲਾਈ ਕਰਨਾ MUL। ਇਸ ਤੋਂ ਪਹਿਲਾਂ ਸਾਰਾ ਕੰਮ 01 ਦੀ ਫਾਰਮ 'ਚ ਹੁੰਦਾ ਸੀ, ਤਾਂ 01 ਦੀ ਫਾਰਮ 'ਚ ਹੀ ਮਲਟੀਪਲਾਈ ਦਾ ਕੋਡ ਹੁੰਦਾ ਸੀ, ਸਬਟਰੈਕਟ ਦਾ ਕੋਡ ਹੁੰਦਾ ਸੀ, ਮੂਵ ਦਾ ਕੋਡ ਹੁੰਦਾ ਸੀ। ਤਾਂ ਕੰਪਿਊਟਰ ਡਿਵੈਲਪਰਸ ਨੇ ਦੇਖਿਆ ਕਿ ਇਹ ਚੀਜ਼ ਬਹੁਤ ਟਫ ਹੈ, ਸੋ ਉਹਨਾਂ ਨੇ ਕੀ ਕੀਤਾ, ਇੱਕ ਨਿਮੋਨਿਕ ਲੈਂਗੁਏਜ ਬਣਾਈ ਜਿਹਨੂੰ ਕਹਿ ਦਿੱਤਾ ਗਿਆ ਅਸੈਂਬਲੀ ਲੈਂਗੁਏਜ। ਸੋ ਇਹ ਲੈਂਗੁਏਜ ਦੇ ਨਾਲ ਕੀ ਹੋਇਆ ਕਿ ਅਸੀਂ ਇਹ ਛੋਟੇ ਛੋਟੇ ਨਿਮੋਨਿਕਸ ਯੂਜ਼ ਕਰਕੇ, ਕੋਡ ਯੂਜ਼ ਕਰਕੇ ਅਸੀਂ ਆਪਣੀ ਜਿਹੜਾ ਸੀ ਕੰਪਿਊਟਰ ਨੂੰ ਮੈਸੇਜ ਕਨਵੇ ਕਰਨ ਲੱਗੇ। ਬਟ ਮੈਂ ਹੁਣੇ ਕਹਿ ਕੇ ਹਟਿਆ ਕਿ ਕੰਪਿਊਟਰ ਜਿਹੜਾ ਹੈ ਸਾਡਾ ਉਹ ਸਿਰਫ ਇੱਕੋ ਲੈਂਗੁਏਜ ਸਮਝਦਾ ਹੈ। ਉਹ ਕਿਹੜੀ ਸਮਝਦਾ ਹੈ? 0 ਤੇ 1 ਦੀ ਲੈਂਗੁਏਜ। ਹੁਣ ਇਹ 01 ਦੀ ਲੈਂਗੁਏਜ ਕੰਪਿਊਟਰ ਸਮਝਦਾ ਹੈ, ਅਸੀਂ ਲੈਂਗੁਏਜ ਬਣਾ ਲਈ ਨਿਮੋਨਿਕਸ ਵਾਲੀ ਲੈਂਗੁਏਜ ਵਿੱਚ ਐਡ, ਸਬਟਰੈਕਟ, ਮਲਟੀਪਲਾਈ, ਇਸ ਤਰ੍ਹਾਂ ਦੇ ਨਿਮੋਨਿਕਸ ਯੂਜ਼ ਕਰਨ ਲੱਗ ਗਏ। ਤਾਂ ਸਾਨੂੰ ਇੱਕ ਕਨਵਰਟਰ ਚਾਹੀਦਾ ਸੀ ਜਿਹੜਾ ਸਾਡੀ ਲੈਂਗੁਏਜ ਨੂੰ ਕਨਵਰਟ ਕਰ ਦੇਵੇ 01 ਦੀ ਫਾਰਮ ਦੇ ਵਿੱਚ। ਸੋ ਸਾਡੀ ਲੈਂਗੁਏਜ ਨੂੰ ਕਨਵਰਟ ਕਰਨ ਦੇ ਲਈ ਅਸੀਂ ਇੱਕ ਕਨਵਰਟਰ ਲਗਾਇਆ। ਉਹ ਕਨਵਰਟਰ ਨੂੰ ਬੋਲਿਆ ਗਿਆ ਅਸੈਂਬਲਰ। ਸੋ ਅਸੈਂਬਲਰ ਕੀ ਹੈ? ਅਸੈਂਬਲਰ ਇੱਕ ਸਿਸਟਮ ਸੌਫਟਵੇਅਰ ਹੈ। ਸੌਫਟਵੇਅਰ ਕੀ ਹੁੰਦਾ ਹੈ? ਪੀਸ ਆਫ ਕੋਡ। ਕਿਹੜਾ ਕੋਡ? ਸੈਟ ਆਫ ਪ੍ਰੋਗਰਾਮਸ। ਪ੍ਰੋਗਰਾਮ ਕੀ ਹੁੰਦਾ ਹੈ? ਸੈਟ ਆਫ ਇੰਸਟਰਕਸ਼ਨਸ। ਸੋ ਸਾਡੇ ਕੋਲ ਅਸੀਂ ਕੀ ਇੱਕ ਸੌਫਟਵੇਅਰ ਬਣਾਇਆ, ਉਹਨੂੰ ਕਹਿ ਦਿੱਤਾ ਗਿਆ ਅਸੈਂਬਲਰ। ਉਹ ਕੀ ਕਰਦਾ ਸੀ? ਸਾਡੇ ਕੋਲੋਂ ਅਸੈਂਬਲੀ ਲੈਂਗੁਏਜ ਦੇ ਵਿੱਚ ਲਿਖਦਾ ਸੀ ਕੋਡ ਨੂੰ, ਉਹਨੂੰ ਕਨਵਰਟ ਕਰ ਦਿੰਦਾ ਸੀ 01 ਦੀ ਲੈਂਗੁਏਜ ਦੇ ਵਿੱਚ। ਕਿਉਂ ਕਨਵਰਟ ਕਰ ਦਿੰਦਾ ਸੀ? ਕਿਉਂਕਿ ਕੰਪਿਊਟਰ ਜਿਹੜਾ ਹੈ ਉਹ ਸਿਰਫ ਅੰਡਰਸਟੈਂਡ ਕਰਦਾ ਹੈ 01। ਤਾਂ ਮੇਰੇ ਕੋਲ ਸੌਫਟਵੇਅਰ ਆ ਗਿਆ ਅਸੈਂਬਲਰ। ਟਾਈਮ ਦੇ ਨਾਲ ਹੋਰ ਡਿਵੈਲਪਮੈਂਟ ਹੋਈ, ਹੋਰ ਚੇਂਜਸ ਆਈ ਟੈਕਨੋਲੋਜੀ ਦੇ ਵਿੱਚ। ਤਾਂ ਜਿਹੜੇ ਡਿਵੈਲਪਰਸ ਨੇ ਵੇਖਣਾ ਸ਼ੁਰੂ ਕੀਤਾ ਕਿ ਅਸੈਂਬਲੀ ਲੈਵਲ ਦੇ ਨਾਲ ਵੀ ਜਿਹੜਾ ਵਾ ਕੰਮ ਕਰਨਾ ਬਹੁਤ ਟਫ ਆ। ਤਾਂ ਇਸ ਤੋਂ ਬਾਅਦ ਸਾਡੇ ਕੋਲ ਫਿਰ ਕੀ ਆਇਆ? ਸਾਡੇ ਕੋਲ ਆਇਆ ਹਾਈ ਲੈਵਲ ਲੈਂਗੁਏਜਸ। ਹਾਈ ਲੈਵਲ ਲੈਂਗੁਏਜਸ। ਹਾਈ ਲੈਵਲ ਲੈਂਗੁਏਜਸ ਕਿਹੜੀਆਂ? ਫੋਰ ਐਗਜ਼ਾਮਪਲ ਜਿਹੜੀਆਂ ਅੱਜ ਦੇ ਟਾਈਮ ਦੀਆਂ ਲੈਂਗੁਏਜ ਚੱਲਦੀਆਂ ਨੇ, C++, ਜਾਵਾ, ਇਹ ਸਾਰੀਆਂ ਜਿਹੜੀਆਂ ਲੈਂਗੁਏਜਸ ਨੇ ਇਹ ਸਾਡੇ ਕੋਲ ਹੈਗੀਆਂ ਨੇ ਹਾਈ ਲੈਵਲ ਲੈਂਗੁਏਜ। ਬਟ ਕੰਪਿਊਟਰ ਅੰਡਰਸਟੈਂਡ ਕਰਦਾ ਹੈ 01 ਦੀ ਲੈਂਗੁਏਜ। ਅਸੀਂ ਕਿੱਥੇ ਪਹੁੰਚ ਗਏ? ਹਾਈ ਲੈਵਲ ਲੈਂਗੁਏਜ ਵਿੱਚ। ਤਾਂ ਸਾਨੂੰ ਕੋਈ ਨਾ ਕੋਈ ਟਰਾਂਸਲੇਟਰ ਚਾਹੀਦਾ ਸੀ ਜਿਹੜਾ ਸਾਡੀ ਹਾਈ ਲੈਵਲ ਲੈਂਗੁਏਜ ਨੂੰ ਕਨਵਰਟ ਕਰ ਦੇਵੇ ਬਾਈਨਰੀ ਲੈਂਗੁਏਜ ਤੱਕ, ਜਾਂ ਲੋ ਲੈਵਲ ਲੈਂਗੁਏਜ ਤੱਕ, ਜਾਂ ਮਸ਼ੀਨ ਲੈਵਲ ਲੈਂਗੁਏਜ ਤੱਕ। ਤਾਂ ਸਾਡੇ ਕੋਲ ਇੱਕ
ट्रांसलेटर आया इस दे लई, उस ट्रांसलेटर ਨੂੰ ਕਿਹਾ ਗਿਆ ਕੰਪਾਈਲਰ। ਹੁਣ ਇਹ ਕੰਪਾਈਲਰ ਕੀ ਕਰਦਾ ਸੀ, ਸਾਡੇ ਹਾਈ ਲੈਵਲ ਲੈਂਗੁਏਜ ਕੋਡ ਨੂੰ ਕਨਵਰਟ ਕਰ ਦਿੰਦਾ ਸੀ ਲੋ ਲੈਵਲ ਲੈਂਗੁਏਜ ਕੋਡ ਦੇ ਵਿੱਚ। ਹੁਣ ਕਈ ਬੁੱਕਸ ਕਹਿੰਦੀਆਂ ਨੇ ਕਿ ਹਾਈ ਲੈਵਲ ਲੈਂਗੁਏਜ ਨੂੰ ਕਨਵਰਟ ਕਰ ਦਿੰਦਾ ਮਸ਼ੀਨ ਲੈਵਲ 'ਚ ਜਾਂ ਲੋ ਲੈਵਲ 'ਚ ਕਹਿ ਲਓ, ਤਾਂ ਕੌਣ ਕਰ ਦਿੰਦਾ, ਕੰਪਾਈਲਰ। ਬਟ ਐਕਚੁਅਲ 'ਚ ਕੀ ਹੈ, ਕੰਪਾਈਲਰ ਕਨਵਰਟ ਕਰਦਾ ਹੈ ਹਾਈ ਲੈਵਲ ਟੂ ਅਸੈਂਬਲੀ ਲੈਵਲ ਲੈਂਗੁਏਜ। ਹਾਂਜੀ, ਇੱਕ ਚੀਜ਼ ਹੋਰ ਨੋਟ ਕਰਨੀ, ਇਸ ਲੈਂਗੁਏਜ ਨੂੰ ਆਪਾਂ ਬੋਲਦੇ ਹਾਂ ਬਾਈਨਰੀ ਨੂੰ ਲੋ ਲੈਵਲ ਲੈਂਗੁਏਜ, ਤੇ ਅਸੈਂਬਲੀ ਲੈਵਲ ਨੂੰ ਵੀ ਆਪਾਂ ਨਾਰਮਲੀ ਲੋ ਲੈਵਲ ਹੀ ਬੋਲਦੇ ਹਾਂ। ਸੋ ਦੋਵੇਂ ਲੈਂਗੁਏजेस ਨੂੰ ਲੋ ਲੈਵਲ ਬੋਲ ਦਿੱਤਾ ਜਾਂਦਾ ਹੈ। ਸੋ ਸਿੰਪਲੀ ਲਿਖਿਆ ਹੁੰਦਾ ਹੈ ਕਿ ਕੰਪਾਈਲਰ ਕੀ ਕਰਦਾ ਹੈ, ਉਹ ਕਨਵਰਟ ਕਰ ਦਿੰਦਾ ਹੈ ਸਾਡੀ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ। ਅਸੈਂਬਲਰ ਕਰਦਾ ਹੈ ਅਸੈਂਬਲੀ ਲੈਵਲ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ, ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ 'ਚ ਕਰਨ ਦੇ ਲਈ ਸਾਡੇ ਕੋਲ ਹੁੰਦਾ ਹੈ ਕੰਪਾਈਲਰ। ਸੋ ਇੱਕ ਕੰਪਾਈਲਰ ਵੀ ਇਸ ਕੰਮ ਲਈ ਹੁੰਦਾ ਹੈ। ਇੱਕ ਸੌਫਟਵੇਅਰ ਹੋਰ ਹੁੰਦਾ ਹੈ, ਉਹਨੂੰ ਬੋਲ ਦਿੰਦੇ ਆ ਇੰਟਰਪ੍ਰੇਟਰ। ਸੋ ਕੰਪਾਈਲਰ ਜਾਂ ਇੰਟਰਪ੍ਰੇਟਰ ਇਹ ਦੋਵੇਂ ਕੀ ਕਰਦੇ ਨੇ, ਹਾਈ ਲੈਵਲ ਟੂ ਲੋ ਲੈਵਲ 'ਚ ਕਨਵਰਟ ਕਰਦੇ ਨੇ। ਠੀਕ ਹੈ ਜੀ। ਸੋ ਸਾਡੇ ਕੋਲ ਕੰਪਾਈਲਰ, ਇੰਟਰਪ੍ਰੇਟਰ ਤੇ ਅਸੈਂਬਲਰ, ਤਿੰਨ ਚੀਜ਼ਾਂ ਬਾਰੇ ਮੈਂ ਅੱਜ ਤੁਹਾਨੂੰ ਹੁਣ ਦੱਸਿਆ। ਸੋ ਇਹ ਕੀ ਨੇ, ਮੈਂ ਫਸਟ ਬੋਲਿਆ ਤੁਹਾਨੂੰ ਅਸੈਂਬਲਰ, ਸੈਕਿੰਡ बोलिया कंपाइलर, थर्ड बोलिया इंटरप्रेटर। हाँ जी, हुण नोट करना, असैंबलर, कंपाइलर, इंटरप्रेटर, इन्हां नूं आपां सिंपल लैंगुएज दे विच बोल दिंदे आ। ਇਹ ਕੀ ਨੇ, ਸਾਡੇ ਕੋਲ ਟਰਾਂਸਲੇਟਰਸ ਨੇ। ਟਰਾਂਸਲੇਟਰਸ ਜਿਹੜੇ ਕੀ ਕਰਦੇ ਨੇ, ਸਾਨੂੰ ਲੈਂਗੁਏਜ ਦੀ ਕਨਵਰਜਨਸ ਕਰਦੇ ਨੇ। ਸੋ ਇਹਨਾਂ ਨੂੰ ਟਰਾਂਸਲੇਟਰਸ ਵੀ ਬੋਲ ਦਿੰਦੇ ਆ, ਜਾਂ ਇਹਨਾਂ ਨੂੰ ਲੈਂਗੁਏਜ ਪ੍ਰੋਸੈਸਰ ਵੀ ਬੋਲ ਦਿੰਦੇ ਆ, ਲੈਂਗੁਏਜ ਪ੍ਰੋਸੈਸਰਸ। ਸੋ ਸੇਮ ਕਈ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸੇਮ ਲੈਂਗੁਏਜ ਡਿਫਰੈਂਟ ਲਿਖੀ ਹੁੰਦੀ ਹੈ ਬਟ ਮੀਨਿੰਗ ਸੇਮ ਹੁੰਦਾ ਹੈ। ਸੋ ਇਹ ਚੀਜ਼ਾਂ ਮੈਂ ਤਾਂ ਕਰਕੇ ਤੁਹਾਨੂੰ ਦੱਸ ਰਿਹਾ ਕਿ ਜਦੋਂ ਕਿਤੇ ਟਰਾਂਸਲੇਟਰਸ ਪੜ੍ਹੋ ਜਾਂ ਲੈਂਗੁਏਜ ਪ੍ਰੋਸੈਸਰ ਪੜ੍ਹੋ, ਕਨਫਿਊਜ਼ ਨਹੀਂ ਹੋ ਜਾਣਾ। ਤਾਂ ਉਹਨਾਂ ਨੂੰ ਆਪਾਂ ਇਹੀ ਨੇ, ਅਸੈਂਬਲਰ, ਕੰਪਾਈਲਰ ਤੇ ਇੰਟਰਪ੍ਰੀਟਰ। ਹੁਣ ਆਪਾਂ ਥੋੜਾ ਜਿਹਾ ਮੈਂ ਇਹਨਾਂ ਨੂੰ ਰਿਵਾਈਜ਼ ਕਰ ਦਿੰਦਾ ਤੇ ਇਹਦੇ ਵਿੱਚ ਕੰਪਾਈਲਰ ਤੇ ਇੰਟਰਪ੍ਰੀਟਰ ਦੇ ਵਿੱਚ ਫਰਕ ਵੀ ਦੱਸ ਦਿੰਦਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਕਿ ਇਹ ਕੀ ਕਰਦੇ ਨੇ, ਹਾਈ ਲੈਵਲ ਟੂ ਲੋ ਲੈਵਲ ਲੈ ਕੇ ਜਾਂਦੇ ਨੇ ਕੰਪਾਈਲਰ ਤੇ ਇੰਟਰਪ੍ਰੀਟਰ। ਬਟ ਫਿਰ ਇਹ ਦੋ ਕਿਉਂ ਨੇ, ਵੱਖ-ਵੱਖ ਇਹਨਾਂ ਦਾ ਫਰਕ ਹੋਏਗਾ। ਸੋ ਮੈਂ ਫਰਕ ਵੀ ਦੱਸ ਦੇਣਾ ਤੇ ਆਪਾਂ ਫਿਰ ਅੱਗੇ ਕਰਾਂਗੇ। ਅਸੈਂਬਲਰ ਕੀ ਹੈ? ਅਸੈਂਬਲਰ ਇੱਕ ਸਿਸਟਮ ਸੌਫਟਵੇਅਰ ਆ ਜਿਹੜਾ ਕੀ ਕਰਦਾ ਹੈ, ਅਸੈਂਬਲੀ ਲੈਂਗੁਏਜ ਕੋਡ ਨੂੰ ਕਨਵਰਟ ਕਰਦਾ ਹੈ ਲੋ ਲੈਵਲ ਲੈਂਗੁਏਜ, ਮਸ਼ੀਨ ਲੈਵਲ ਲੈਂਗੁਏਜ ਕਹਿ ਲਓ, ਚਾਹੇ ਬਾਈਨਰੀ ਲੈਂਗੁਏਜ ਕਹਿ ਲਓ। ਕੰਪਾਈਲਰ ਕੀ ਕਰਦਾ ਹੈ? ਕੰਪਾਈਲਰ ਸਾਡਾ ਹਾਈ ਲੈਵਲ ਟੂ ਲੋ ਲੈਵਲ ਕਰਦਾ ਹੈ, ਜਾਂ ਕਹਿ ਲਓ ਹਾਈ ਲੈਵਲ ਟੂ ਅਸੈਂਬਲੀ ਲੈਵਲ ਲੈਂਗੁਏਜ ਦੇ ਵਿੱਚ ਕਨਵਰਟ ਕਰਦਾ ਹੈ। ਇੰਟਰਪ੍ਰੀਟਰ ਕੀ ਕਰਦਾ ਹੈ? ਇਹ ਵੀ ਸੇਮ ਕੰਮ ਕਰਦਾ ਹੈ, ਹਾਈ ਲੈਵਲ ਟੂ ਲੋ ਲੈਵਲ ਕਹਿ ਲਓ ਜਾਂ ਅਸੈਂਬਲੀ ਲੈਵਲ ਲੈਂਗੁਏਜ ਤੱਕ ਕਹਿ ਲਓ। ਸੋ ਇਹ ਕੰਮ ਕਰਦਾ ਹੈ ਸਾਡਾ ਕੰਪਾਈਲਰ ਤੇ ਇੰਟਰਪ੍ਰੀਟਰ। ਫਿਰ ਦੋਵਾਂ ਦੇ ਵਿੱਚ ਫਰਕ ਕੀ ਹੋਇਆ? ਦੇਖੋ, ਜਿਹੜਾ ਸਾਡਾ ਕੰਪਾਈਲਰ ਆ ਇਹ ਕੀ ਕਰਦਾ ਹੈ ਕਿ ਇਸ ਦੇ ਉੱਪਰ ਕਿਹੜੀ ਲੈਂਗੁਏਜ ਬੇਸ ਹੈ। ਫੋਰ ਐਗਜ਼ਾਮਪਲ ਜਿਹੜੀ ਸਾਡੀ ਸੀ ਲੈਂਗੁਏਜ ਆ ਨਾ, ਜਿਹੜੀ ਮੈਂ ਨਾਮ ਲਿਖਿਆ ਸੀ ਸੀ ਲੈਂਗੁਏਜ, ਸੀ ਇੱਕ ਪ੍ਰੋਗਰਾਮਿੰਗ ਲੈਂਗੁਏਜ ਹੈ, ਬੇਸਿਕ ਪ੍ਰੋਗਰਾਮਿੰਗ ਲੈਂਗੁਏਜ। ਤੁਸੀਂ ਅੱਗੇ ਜਾ ਕੇ ਆਲਮੋਸਟ ਤੁਹਾਡੇ ਚੋਂ ਸ਼ਾਇਦ ਇੱਕ ਅੱਧੀ ਕਲਾਸ ਕੋਈ ਨਾ ਪੜ੍ਹੇ, ਜਾਣੀ ਕਿ ਜਿਵੇਂ BA IT ਵਾਲਿਆਂ ਨਹੀਂ ਪੜ੍ਹਨਾ, ਆਈ ਥਿੰਕ BCom ਵਾਲਿਆਂ ਵੀ ਸੀ ਪ੍ਰੋਗਰਾਮਿੰਗ ਨਹੀਂ ਪੜ੍ਹਨੀ, ਬਟ ਜਿਨ੍ਹਾਂ ਨੇ ਪ੍ਰੋਗਰਾਮਿੰਗ ਲੈਂਗੁਏਜ ਪੜ੍ਹਨੀ ਹੈ ਉਹਨਾਂ ਦੇ ਲਈ ਜੋ ਸਟਾਰਟਿੰਗ ਆ ਉਹ ਸੀ ਲੈਂਗੁਏਜ ਤੋਂ ਹੀ ਹੋਏਗੀ।
ਸੋ C ਕੀ ਹੈ? ਇੱਕ ਕੰਪਾਈਲਰ ਬੇਸਡ ਪ੍ਰੋਗਰਾਮਿੰਗ ਲੈਂਗੁਏਜ ਆ। ਸੋ ਕੰਪਾਈਲਰ ਬੇਸਡ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਕੀ ਹੁੰਦਾ ਹੈ? ਇਸ ਲੈਂਗੁਏਜ ਦੇ ਵਿੱਚ ਜਿਹੜਾ ਸਾਡਾ ਕੋਡ ਹੁੰਦਾ ਹੈ ਉਹ ਕਨਵਰਟ ਹੁੰਦਾ ਹੈ ਹਾਈ ਲੈਵਲ ਟੂ ਲੋ ਲੈਵਲ। ਕਿਸ ਤਰ੍ਹਾਂ ਹੁੰਦਾ ਹੈ ਕਿ ਸਾਰੇ ਦਾ ਸਾਰਾ ਕੋਡ ਇੱਕੋ ਵਾਰ ਦੇ ਵਿੱਚ ਕੰਪਾਈਲ ਹੋ ਕੇ ਉਹਦਾ ਸਾਨੂੰ ਆਬਜੈਕਟ ਕੋਡ ਮਿਲ ਜਾਂਦਾ ਹੈ। ਸਾਰੇ ਦਾ ਸਾਰਾ ਕੋਡ ਸਾਨੂੰ ਕੰਪਾਈਲ ਇੱਕੋ ਟਾਈਮ ਦੇ ਵਿੱਚ ਹੋ ਜਾਂਦਾ ਹੈ। ਤਾਂ ਫਿਰ ਉਸ ਦੇ ਵਿੱਚ ਜਦੋਂ ਕੋਈ ਐਰਰ ਹੋਵੇ ਤਾਂ ਸਾਨੂੰ ਆਉਟਪੁੱਟ ਦੇ ਵਿੱਚ ਦੱਸ ਦਿੱਤਾ ਜਾਂਦਾ ਹੈ ਕਿ ਤੁਹਾਡੀ ਆਉਟਪੁੱਟ ਦੇ ਵਿੱਚ ਕਿ ਤੁਹਾਡੀ 1 ਨੰਬਰ ਲਾਈਨ 'ਚ ਐਰਰ ਆ, ਤੁਹਾਡੀ 5 ਨੰਬਰ ਲਾਈਨ 'ਚ ਐਰਰ ਆ, ਤੁਹਾਡੀ 8 ਨੰਬਰ ਲਾਈਨ 'ਚ ਐਰਰ ਆ, ਜਾਂ ਜਿੱਥੇ ਜਿੱਥੇ ਵੀ ਐਰਰ ਹੈ ਸਾਰੀਆਂ ਸਾਨੂੰ ਐਰਰਸ ਦੱਸ ਦਿੱਤੀਆਂ ਜਾਂਦੀਆਂ। ਇੰਟਰਪ੍ਰੀਟਰ ਦੀ ਵਰਕਿੰਗ ਕੀ ਹੈ? ਇੰਟਰਪ੍ਰੀਟਰ ਵੀ ਸਾਡਾ ਹਾਈ ਲੈਵਲ ਟੂ ਲੋ ਲੈਵਲ ਹੀ ਕਰਦਾ ਹੈ, ਬਟ ਇਸ ਦੇ ਵਿੱਚ ਫਰਕ ਹੈ ਇਹ ਜਿਹੜਾ ਹੈ ਕੋਡ ਨੂੰ ਰੀਡ ਕਰਦਾ ਹੈ ਲਾਈਨ ਬਾਈ ਲਾਈਨ। ਜਿਹੜੀ ਲਾਈਨ ਦੇ ਉੱਪਰ ਐਰਰ ਆ ਜਾਂਦੀ ਹੈ ਇਹ ਉੱਥੇ ਹੀ ਸਟਾਪ ਕਰ ਜਾਂਦਾ ਹੈ ਕਿ ਪਹਿਲਾਂ ਤੁਸੀਂ ਐਰਰ ਰਿਮੂਵ ਕਰੋ, ਫਿਰ ਉਸ ਤੋਂ ਅੱਗੇ ਕੋਡ ਰੀਡ ਕਰਦਾ ਹੈ। ਸੋ ਜਿਹੜੀ ਸਾਡੀ ਜਾਵਾ ਪ੍ਰੋਗਰਾਮਿੰਗ ਲੈਂਗੁਏਜ ਆ ਉਹ ਇੰਟਰਪ੍ਰੀਟਰ ਬੇਸਡ ਆ। ਜਿਹੜੀ ਸਾਡੀ C++ ਸੀ ਉਹ ਕੰਪਾਈਲਰ ਬੇਸਡ ਨੇ। ਸੋ ਇੰਟਰਪ੍ਰੀਟਰ ਤੇ ਕੰਪਾਈਲਰ ਦਾ ਮੈਨੂੰ ਉਮੀਦ ਆ ਕਿ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਸੋ ਅੱਜ ਜੋ ਆਪਾਂ ਕੀਤਾ ਹੈ ਇਹਨੂੰ ਐਟਲੀਸਟ ਤੁਸੀਂ ਰਿਵਾਈਜ਼ ਕਰੋ, 1 2 3 ਵਾਰ ਵੀ ਦੇਖਣਾ ਪਵੇ ਤਾਂ ਵੀਡੀਓ ਲੈਕਚਰ ਮੇਰਾ ਦੇਖੋ। ਨਹੀਂ ਕੁਝ ਪਤਾ ਲੱਗਦਾ ਤੇ ਆਪਣਾ ਫਿਰ ਮੈਨੂੰ ਕੱਲ ਨੂੰ ਪੁੱਛਿਓ ਤੁਸੀਂ। ਠੀਕ ਹੈ ਜੀ, ਓਕੇ, ਥੈਂਕ ਯੂ।